साध संगत, ਹੁਣ तक आपने गुरबाणी के कीर्तन का और विचारों का लाभ उठाया है। थोड़ा जिहा समा जो हो रहा है उसनों भी हरी जस विच लगा के सफला करो। रसना द्वारा शब्द विच बोलिया करो। पहले दास बोलिया करेगा, फिर सब भाई बोलो, तीसरे पासे सब बीबियां गज बज के बोलिया करो। मोहे ना विसारो जी मैं जन तेरा, मैं जन तेरा। मोहे ना विसारो जी मैं जन तेरा, मैं जन तेरा। मोहे ना विसारो जी मैं जन तेरा, मैं मेरी संगत पोच सोच दिन राती, मेरा कर्म कुटलता जन्म कुपाती। राम गुसैया जी के जीवना, मोहे ना विसारो मैं जन तेरा। मोहे ना विसारो जी मैं जन तेरा, मैं जन
विपत जन करो भाई, चरण न छाडो शरीर कल जाई। कह रविदास परों तेरी सांभा, मेघ मिलो जन कर न बिलांभा। मोहि न विसारो जी मैं जन तेरा, मैं जन तेरा। ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਪੂਰਾ ਧਿਆਨ ਸ਼ਬਦ ਔਰ ਵਿਚਾਰ ਵਿੱਚ ਹੋਵੇ, ਤਦ ਇਹ ਪੂਰੀ ਸਮਝ ਪੈਂਦੀ ਹੈ। ਕਈ ਦਿਨ ਤੋਂ ਆਪਣੀ ਵਿਚਾਰ ਚੱਲ ਰਹੀ ਹੈ, ਇਹ ਜੀਵ ਪਰਮਾਤਮਾ ਦੀ ਅੰਸ਼ ਹੈ, ਯਾਨੀ ਅਸੀਂ ਜਿਤਨੇ ਹਾਂ ਆਤਮ ਸ਼ਹਿਜ਼ਾਦੇ ਹਾਂ, ਜਿਸਮ ਨਹੀਂ ਹਾਂ। ਜਿਸਮ ਸਾਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ। ਜਿਸਮ ਅਤੇ ਸਾਡਾ ਸੰਬੰਧ ਇਉਂ ਹੈ ਜਿਵੇਂ ਮਕਾਨ ਔਰ ਮਕੀਨ ਦਾ ਹੋਵੇ, ਯਾਨੀ ਮਕਾਨ ਦਾ ਔਰ ਮਕਾਨ ਵਿੱਚ ਰਹਿਣ ਵਾਲੇ ਦਾ ਹੋਵੇ। ਮਕਾਨ ਹੋਰ ਹੁੰਦਾ, ਮਕਾਨ ਵਿੱਚ ਰਹਿਣ ਵਾਲਾ ਹੋਰ ਹੁੰਦਾ। ਅਸੀਂ ਮਕਾਨ, ਸਰੀਰ ਮਕਾਨ ਹੈ, ਇਹਦੇ ਵਿੱਚ ਰਹਿਣ ਵਾਲੇ ਮਕੀ ਹਾਂ। ਮਕਾਨ ਦਾ ਮਾਲਕ ਜਦੋਂ ਚਾਹੇ ਆਪਣੇ ਮਕਾਨ ਨੂੰ ਛਡਾ ਲਵੇ। ਇਸੀ ਤਰ੍ਹਾਂ ਸਰੀਰ ਰੂਪੀ ਮਕਾਨ ਨੂੰ ਜਦੋਂ ਪਰਮਾਤਮਾ ਚਾਹੇ, ਜੋ ਉਸ ਦੀ ਦਾਤ ਹੈ, ਉਸ ਦੀ ਬਖਸ਼ਿਸ਼ ਹੈ, ਉਸੀ ਵਕਤ ਇਸ ਨੂੰ ਲਿਜਾ ਸਕਦਾ ਹੈ। ਉਸ ਤੋਂ ਪਹਿਲ ਇਸ ਜੀਵ ਨੇ ਜੋ ਕਿ ਪਰਮਾਤਮਾ ਤੋਂ ਵਿਛੜਿਆ ਹੈ, ਉਹ ਤੋਂ ਵਿਛੜ ਕੇ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਗਿਆ, ਅਨੇਕਾਂ ਬੰਧਨਾਂ 'ਚ ਪੈ ਗਿਆ। ਬੰਧਨਾਂ 'ਚ ਪਿਆ ਆਦਮੀ ਦੁਖੀ ਹੁੰਦਾ ਹੈ। ਜੋ ਬੰਧਨਾਂ ਤੋਂ ਛੁਟਕਾਰਾ ਪਾ ਜਾਵੇ ਉਹ ਸੁਖੀ ਹੋਇਆ ਕਰ। ਛੁਟਕਾਰੇ ਦਾ ਯਤਨ ਕਰ ਰਿਹਾ ਹੈ, ਬਣਾਉਟੀਏ ਯਤਨ ਬਹੁਤ ਕਰ ਰਿਹਾ ਹੈ, ਪਰ ਉਹਨਾਂ ਦੁਆਰਾ
ਇਹ ਸੁਖੀ ਹੁੰਦਾ ਦੇਖਿਆ ਨਹੀਂ ਕੋਈ, ਬਲਕਿ ਜ਼ਿਆਦਾ ਬੰਧਨਾਂ 'ਚ ਪੈਂਦੇ ਦੇਖੇ ਗਏ। ਅਸਲੀ ਛੁਟਕਾਰੇ ਦਾ ਉਪਾਅ ਇੱਕੋ ਇੱਕ ਹੈ, ਗੁਰੂ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੀ ਭਗਤੀ, ਸੇਵਾ ਕਰਕੇ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਉਸ ਨੂੰ ਪ੍ਰਾਪਤ ਕਰਨਾ, ਯਾਨੀ ਉਸ ਦੇ ਵਿੱਚ ਮਿਲ ਜਾਣਾ, ਜਿਸ ਦੇ ਵਿੱਚ ਦੁੱਖ ਕੋਈ ਨਹੀਂ, ਜਿਸ ਵਿੱਚ ਮੌਤ ਨਹੀਂ, ਜਿਸ ਵਿੱਚ ਬਿਮਾਰੀ ਨਹੀਂ, ਇਹਨੇ ਇੱਕ ਰਸ ਆਨੰਦ ਦਾ ਸਾਗਰ ਹੈ, ਉਹਦੇ ਵਿੱਚ ਮਿਲ ਕੇ ਹਾਜ਼ਰ ਹੋ ਜਾਣਾ, ਇਹ ਇਸ ਦਾ ਪਰਮ ਪ੍ਰਯੋਜਨ ਹੈ। ਮਾਨੁਖ ਦੇ ਮਿਲਣ ਦਾ ਇਹੀ ਅਸਲ ਇਸ ਦਾ ਉਦੇਸ਼ ਹੈ। ਜ਼ਿੰਦਗੀ ਦਾ ਮੁੱਦਾ, ਏਮ ਆਫ ਦਾ ਲਾਈਫ ਇਹੀ ਕੁਛ ਹੈ। ਇਸ ਵਾਸਤੇ ਜਿਨ੍ਹਾਂ ਨੇ ਐਸਾ ਕੁਛ ਕੀਤਾ, ਗੁਰੂ ਸ਼ਰਨ ਵਿੱਚ ਆਏ, ਨਾਮ ਜਪਿਆ, ਸੇਵਾ ਕੀਤੀ, ਉਹਨਾਂ ਨੂੰ ਕਿੱਡੇ ਕਿੱਡੇ ਉੱਚ ਮੁਰਾਦ ਵੀ ਹਾਸਲ ਹੋਏ। ਆਪ ਵੀ ਤਰੇ, ਲੱਖਾਂ ਲੱਖਾਂ ਦੁਨੀਆ ਨੂੰ ਤਾਰਨ ਨੂੰ ਸਮਰੱਥ ਹੋਏ। ਤਦੇ ਹੀ ਹਜ਼ੂਰ ਫਰਮਾਉਂਦੇ ਹਨ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਂਦਾ, ਜਪੀਏ ਤਾਂ ਦੂਰ ਹੁੰਦੇ, ਸੇਵਾ ਕਰਕੇ ਮਾਨ ਪਾਈਂਦਾ, ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਂਦਾ, ਨਾਮ ਜਪੀਏ ਤਾਂ ਦੂਰ ਹੁੰਦੇ।
ਵਾਹਿਗੁਰੂ ਦੇ ਭਜਨ ਦੀਆਂ ਬਰਕਤਾਂ, ਗੁਰੂ ਸ਼ਰਨ ਵਿੱਚ ਆ ਕੇ ਸੇਵਾ ਕਰਨੀ, ਇਸ ਦੇ ਬੇਅੰਤ ਲਾਭ ਗੁਰੂ ਜੀ ਨੇ ਦਰਸਾਏ। ਹਸਤੀ ਸਿਰਜੂ ਅੰਕ ਸਹਿ, ਐਰਣ ਜਿਉ ਸਿਰ ਦੇ, ਮਨ ਤਨ ਆਗੇ ਰਾਖੈ। ਉਭੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸਿਸ਼ਟ ਕਾਲੇ। ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗੇ ਬੈਸਣ ਪਾਈਏ। ਜਨ ਨਾਨਕ ਬਾਂਹ ਲਡਾਈ, ਤਾਰਾਂ ਕੇ ਖਿਦਮਤ ਕਰ, ਖੁਦ ਮਖਦੂਮ ਸ਼ੁੱਧ। ਇਉਂ ਸੇਵਾ ਔਰ ਭਜਨ ਵਿੱਚ ਬੜੀਆਂ ਬਰਕਤਾਂ ਹਨ, ਪਰ ਇਹ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਆਧਾਰ 'ਤੇ ਹੀ ਹੁੰਦੀਆਂ ਹਨ। ਫਰੀਦ ਨੇ 36 ਸਾਲ ਕਠਨ ਤਪੱਸਿਆ ਕੀਤੀ, ਪਰ ਇੱਕ ਛਿਨ ਮਾਤਰ ਵੀ ਸ਼ਾਂਤ ਨਸੀਬ ਨਾ ਹੋਈ। ਜਦੋਂ ਆਪਣੇ ਮੁਰਸ਼ਿਦ ਦੀ ਸ਼ਰਨ ਵਿੱਚ ਆ ਕੇ ਖਵਾਜੇ ਦੀ ਅਜਮੇਰ ਸੇਵਾ ਕੀਤੀ, ਭਜਨ ਕੀਤਾ, ਪਹਿਲੇ ਦਿਨ ਹੀ ਉਹ ਸ਼ਾਂਤੀ ਨਸੀਬ ਹੋਈ ਜੋ 36 ਸਾਲ ਦੀ ਕਠਨ ਤਪੱਸਿਆ ਵਿੱਚ ਕਦੇ ਵੀ ਪ੍ਰਾਪਤ ਨਹੀਂ ਸੀ ਹੋਈ। ਕਿਉਂਕਿ ਇਹ ਦੱਸਿਆ ਹੈ, ਬੇਪੀਰੇ ਬੇਮੁਰਸ਼ਦੇ ਯਾਨੀ ਨਗੁਰੇ ਪੁਰਸ਼ ਦੀ 100 ਸਾਲ ਦੀ ਰਿਆਜ਼ਤ ਨਾਲੋਂ, 100 ਸਾਲ ਦੀ ਬੰਦਗੀ ਨਾਲੋਂ ਮਹਾਂਪੁਰਖ ਦੀ ਇੱਕ ਘੜੀ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਇਉਂ ਫਰੀਦ ਨੂੰ ਅੱਜ ਜਦੋਂ ਆਪਣੇ ਮੁਰਸ਼ਿਦ ਗੁਰੂ ਦੀ ਸ਼ਰਨ ਵਿੱਚ ਆਇਆ, ਉਹ ਸ਼ਾਂਤ ਨਸੀਬ ਹੋਈ ਜੋ ਕਦੇ ਵੀ ਨਹੀਂ ਸੀ ਹੋਈ। ਹੁਣ ਸੇਵਾ ਔਰ ਭਜਨ ਦੋ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਨ ਤਾਂ ਅੱਗੇ ਹੀ ਕਾਫੀ ਸ਼ੁੱਧ ਸੀ, ਜਲਦੀ ਬਿਰਤੀ ਹੁਣ ਮੰਜ਼ਿਲਾਂ ਨੂੰ ਤੈਅ ਕਰਦੀ ਚਲੀ ਜਾ ਰਹੀ ਹੈ। ਸੇਵਾ ਦੇ ਨਾਲ ਮਨ ਹੋਰ ਵਿਸ਼ੇਸ਼ ਸ਼ੁੱਧ ਹੋ ਰਿਹਾ ਹੈ। ਇਸੀ ਤਰ੍ਹਾਂ 12 ਸਾਲ ਸੇਵਾ ਕੀਤੀ। ਜਿਵੇਂ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਇਮਤਿਹਾਨ ਹੁੰਦੇ ਹਨ, 3 ਮਹੀਨੇ ਪਿੱਛੋਂ 6, 9 ਔਰ ਸਾਲਾਨਾ ਐਨੂਅਲ ਐਗਜ਼ਾਮੀਨੇਸ਼ਨ ਆਦਿ ਹੁੰਦੇ ਹਨ, ਇਸੀ ਤਰ੍ਹਾਂ ਇੱਧਰ ਵੀ ਇਮਤਿਹਾਨ ਹੁੰਦੇ ਚਲੇ ਆਏ। ਸਤਿਪੁਰਸ਼ ਰੂਹਾਨੀ ਰਹਿਬਰ ਵੀ ਆਪਣੇ ਵਿਦਿਆਰਥੀਆਂ ਦੇ ਇਮਤਿਹਾਨ ਲੈਂਦੇ ਚਲੇ ਆਏ ਹਨ। ਹਾਂ, ਫਰੀਦ ਨੂੰ ਮੰਜ਼ਿਲੇ ਹੱਕ ਵਿੱਚ ਪਹੁੰਚਾਉਣ ਵਾਸਤੇ ਉਸਦੇ ਮੁਰਸ਼ਿਦ ਨੇ ਇੱਕ ਸਿੱਟੀ ਲਗਾਈ 12 ਸਾਲ ਪਿੱਛੋਂ। ਅੱਗੇ ਜਿੱਥੇ ਹੋਰ ਸੇਵਾ ਕਰਦਾ ਸੀ, ਇੱਕ ਉਹਨਾਂ ਦੇ ਇਸ਼ਨਾਨ ਦੀ ਸੇਵਾ ਵੀ ਸੀ। ਉਹਨਾਂ ਦਾ ਸਰੀਰ ਯਾਨੀ ਉਸਦੇ ਮੁਰਸ਼ਿਦ ਦਾ, ਗੁਰੂ ਦਾ ਸਰੀਰ ਬਹੁਤ ਬਿਰਧ ਹੋ ਚੁੱਕਾ ਸੀ। ਗਰਮ ਪਾਣੀ ਨਾਲ ਸਵੇਰੇ ਇਸ਼ਨਾਨ ਫਰੀਦ ਕਰਵਾਇਆ ਕਰਦਾ। ਉਹਨਾਂ ਸਮਿਆਂ ਦੇ ਵਿੱਚ 12ਵੀਂ 13ਵੀਂ ਸਦੀ ਦੀ ਗੱਲ ਹੈ। ਉਹਨਾਂ ਸਮਿਆਂ ਦੇ ਵਿੱਚ ਸੈਂਸ ਇਤਨਾ ਜ਼ੋਰ ਨਹੀਂ ਸੀ, ਅੱਗ ਆਦਿ ਮਚਾਉਣ ਦੇ ਸਾਧਨ ਵੀ ਐਡੇ ਹੈ ਨਹੀਂ ਸਨ। ਦੀਆ ਸਲਾਈਆਂ ਵੀ ਸਾਡੇ ਦੇਸ਼ ਅਜੇ ਨਹੀਂ ਸਨ ਆਈਆਂ। ਪਾਥੀਆਂ ਪੁੱਥੀਆਂ ਦੱਬ ਕੇ ਰੱਖਦੇ, ਬਾਲਣ ਇਕੱਠਾ ਕਰਕੇ ਰੱਖਣਾ, ਉਸ ਦੇ ਨਾਲ ਪਾਣੀ ਗਰਮ ਕਰਨਾ, ਫਿਰ ਇਸ਼ਨਾਨ ਵਗੈਰਾ ਕਰਾਉਣਾ। ਇਸ਼ਨਾਨ ਕਰਕੇ ਮਹਾਂਪੁਰਖ ਆਨੰਦ ਦਾ ਸਾਗਰ ਜੋ ਪਰਮੇਸ਼ਰ ਹੈ, ਪਰਮਾਤਮਾ ਹੈ, ਉਹਦੇ ਵਿੱਚ ਬਿਰਤੀ ਜੋੜ ਕੇ ਸਮਾਧਿਸ਼ਟ ਹੁੰਦੇ। ਅੱਜ ਰਾਤ ਦੇ ਵੇਲੇ ਪਹਿਰ ਆਪ ਗੁਜ਼ਰ ਗਈ। ਫਰੀਦ ਨੇ 2 ਘੰਟੇ ਆਰਾਮ ਕਰਨ ਵਾਸਤੇ ਲੇਟਣਾ ਕੀਤਾ। ਜਦੋਂ ਉੱਠਿਆ ਕੀ ਦੇਖਿਆ, ਇਤਨੀ ਬਾਰਿਸ਼ ਪੈ ਰਹੀ ਹੈ ਜਿਸ ਕਰਕੇ ਪਾਣੀ ਹੀ ਪਾਣੀ ਚਾਰ ਚੁਫੇਰੇ ਨਜ਼ਰ ਆਉਂਦਾ ਹੈ। ਵੈਸੇ ਤਾਂ ਅੰਧੇਰਾ ਹੈ, ਪਰ ਜਦੋਂ ਬਿਜਲੀ ਲਸ਼ਕਦੀ ਹੈ ਉਦੋਂ ਕੁਛ ਇਹ ਪ੍ਰਤੀਤ ਹੁੰਦਾ ਹੈ। ਅੱਗ ਜੋ ਰੱਖੀ ਹੋਈ ਸੀ ਜਲ ਗਰਮ ਕਰਨ ਵਾਸਤੇ, ਉਹ ਸਭ ਬੁਝ ਗਈ ਔਰ ਸਾਰੇ ਸਾਧਨ ਜਲ ਗਰਮ ਕਰਨ ਦੇ ਖਤਮ ਹੋ ਗਏ।
ਹੁਣ ਇਸ ਚਿੰਤਾ ਵਿੱਚ ਹੈ ਵੀ 12 ਸਾਲ ਦੀ ਸੇਵਾ ਕੀਤੀ ਹੋਈ ਅੱਜ ਇਹ ਪ੍ਰਤੀਤ ਹੁੰਦਾ ਹੈ ਕੋਈ ਇਮਤਿਹਾਨ ਹੈ। ਐਸਾ ਨਾ ਹੋ ਅੱਜ ਫੇਲ ਹੋ ਜਾ, ਕਿਉਂਕਿ ਇਉਂ ਫਰਮਾਨ ਕੀਤਾ ਹੈ ਮਰ ਜੀਵੜੇ ਹੀ ਪਾਸ ਹੁੰਦੇ ਹਨ ਇਹਨਾਂ ਇਮਤਿਹਾਨਾਂ ਦੇ ਵਿੱਚ। ਹਾਂਜੀ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਮਰ ਜੀਵੜਿਆਂ ਤੋਂ ਬਿਨਾਂ ਇਹ ਕਸੌਟੀ ਚੱਲਣੀ ਬੜੀ ਔਖੀ ਹੈ। ਜਦੋਂ ਲੱਗਦੀ ਹੈ ਰਾਮ ਕਸੌਟੀ ਪਾਸ ਹੁੰਦੇ ਮਰ ਜੀਵੜੇ, ਲੱਗਦੀ ਹੈ ਰਾਮ ਕਸੌਟੀ ਪਾਸ ਹੁੰਦੇ ਮਰ ਜੀਵੜੇ, ਲੱਗਦੀ ਹੈ ਰਾਮ ਕਸੌਟੀ ਪਾਸ ਹੁੰਦੇ ਮਰ ਜੀਵੜੇ। झूठा टिके न कोय, राम कसौटी सो सहे जो मर जीवा होए।
ਇਉਂ ਫਰੀਦ ਨੇ ਸੋਚਿਆ ਹੁਣ ਕੀ ਕੀਤਾ ਜਾਏ। ਜਲ ਗਰਮ ਕਰਨ ਦਾ ਸਾਧਨ ਸਭ ਖਤਮ ਹੈ। ਅੱਗ ਨਹੀਂ, ਅੱਗ ਲਿਆਂਦੀ ਜਾਵੇ ਤਾਂ ਕਿੱਥੋਂ। ਮੀਂਹ ਵਰ ਰਿਹਾ ਹੈ, ਚਾਰ ਚੁਫੇਰੇ ਗੋਡੇ ਗੋਡੇ ਪਾਣੀ ਫਿਰਦਾ ਹੈ, ਸਰਦੀ ਦਾ ਮੌਸਮ ਹੈ, ਠੱਕਾ ਵਗਦਾ ਹੈ, ਸਖਤ ਸਰਦੀ ਪੈਂਦੀ ਹੈ। ਪਰ ਚਿੰਤਾ ਹੈ ਤਾਂ ਇੱਕੋ ਹੈ, ਕਿਵੇਂ ਨਾ ਕਿਵੇਂ ਜਲ ਗਰਮ ਕਰਕੇ ਮੈਂ ਮੁਸ਼ ਦਾ ਇਸ਼ਨਾਨ ਕਰਾਵਾਂ। 12 ਸਾਲ ਜਿੱਥੇ ਉਹ ਇੱਕ ਦਿਨ ਵੀ ਨਾਗਾ ਨਹੀਂ ਪਿਆ, ਜੇ ਅੱਜ ਨਾਗਾ ਪੈ ਜਾਂਦਾ ਹੈ ਤਾਂ ਫੇਲ ਹੁੰਦਾ। ਇਹ ਸੋਚ ਕੇ ਹੋਰ ਕੁਛ ਨਹੀਂ ਸੁਝਦਾ ਅਤੇ ਸ਼ਹਿਰ ਵੱਲ, ਜੋ ਕਿ ਐਨ ਨਜ਼ਦੀਕ ਸੀ ਖਵਾਜੇ ਦੀ ਅਜਮੇਰ, ਉਹਨਾਂ ਦੇ ਸਥਾਨ ਦੇ, ਉੱਥੇ ਸ਼ਹਿਰ ਵਿੱਚ ਜਾ ਕੇ ਕੋਸ਼ਿਸ਼ ਕਰਨੀ, ਉੱਦਮ ਕਰਨਾ ਕਿਤੋਂ ਅੱਗ ਦਾ ਚਿੰਗਾੜਾ ਮਿਲ ਜੇ, ਲਿਆ ਕੇ ਜਲ ਗਰਮ ਕੀਤਾ ਜਾਏ। ਇਉਂ ਸੋਚ ਕੇ ਇਹ ਜਿਹੇ ਵਿਚਾਰ ਆਪਣੇ ਚਿੱਤ ਵਿੱਚ ਕਲਪਦਾ ਹੈ। ਜੇ ਮੈਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਮੈਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਰਹਿੰਦਾ ਨਿਉ ਟੁੱਟਦਾ ਮੇਰਾ, ਮੇਰਾ ਰਹਿੰਦਾ ਨਿਉ ਟੁੱਟਦਾ, ਜੇ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਮੈਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਰਹਿੰਦਾ ਨਿਉ ਟੁੱਟਦਾ ਮੇਰਾ। ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ।
ਹਾਂ ਕਹਿੰਦੇ ਨੇ ਜੇਕਰ ਇਸ਼ਨਾਨ ਕਰਵਾਉਣ ਦਾ ਕੋਈ ਯਤਨ ਕੀਤਾ ਜਾਂਦਾ ਬੜਾ ਮੁਸ਼ਕਲ ਹੈ, ਬਲਕਿ ਨਾਮੁਮਕਿਨ ਜਾ ਦਿੰਦਾ ਹੈ। ਜੇ ਇਸ਼ਨਾਨ ਨਹੀਂ ਕਰਵਾਉਂਦਾ ਤਾਂ 12 ਸਾਲ ਦੀ ਕੀਤੀ ਘਾਲਣਾ ਐਵੇਂ ਜਾਂਦੀ ਹੈ। ਇੱਕ ਸਵਾਲ ਨਾ ਹੱਲ ਕਰ ਸਕੇ ਵਿਦਿਆਰਥੀ ਇਹਨੇ ਨਾਲ ਹੀ ਫੇਲ ਹੋ ਜਾਂਦਾ ਹੈ। ਇਸ ਤਰੀਕੇ ਸਿਰ ਕਸ਼ਮਕਸ਼ ਆਪਣੇ ਮਨ ਨਾਲ ਕਰ ਰਹੇ ਹਨ। ਅਖੀਰ ਸੋਚਦੇ ਹਨ ਸਿਰ ਤਖਤ ਲਾ ਦੇਣਾ ਆਪਣਾ ਫਰਜ਼ ਹੈ, ਅੱਗੇ ਰੱਬ ਦੀਆਂ ਰੱਬ ਜਾਣੇ। ਜਿਸ ਵਸਤੂ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਪਹਿਲੇ 36 ਸਾਲ ਤਪ ਕੀਤਾ, 12 ਸਾਲ ਸੇਵਾ ਕੀਤੀ, ਅਭਿਆਸ ਕੀਤਾ, ਹਾਂ ਉਸ ਦੀ ਪ੍ਰਾਪਤੀ ਨਾ ਹੋਣ ਦੇ ਡਰ ਤੋਂ ਡਰਦੇ ਹੋਏ ਇਹ ਸੋਚਦੇ ਹਨ। ਅਖੀਰ ਸੋਚਿਆ ਵੀ ਸਿਰ ਤਖਤ ਲਾ ਦੇਣਾ ਆਪਣਾ ਫਰਜ਼ ਹੈ। ਕਿਉਂ? ਫਿਰ ਕਿਹੜਾ ਸਰੀਰ ਨੇ ਰਹਿ ਜਾਣਾ? ਇੱਕ ਦਿਨ ਸਰੀਰ ਨੇ ਤਾਂ ਬਿਨਸ ਜਾਣਾ ਹੀ ਹੈ। ਜੇ ਚੰਗੇ ਪਾਸੇ ਲੱਗ ਜੇ ਤਾਂ ਬਿਹਤਰ ਹੋਰ ਕੀ ਹੈ। ਅੱਗੇ ਰੱਬ ਦੀਆਂ ਰੱਬ ਜਾਣੇ। ਇਉਂ ਸੋਚਦੇ ਹੋਏ ਆਪਣੀ ਦ੍ਰਿੜਤਾ ਇਸ ਤਰੀਕੇ ਸਿਰ ਜਣਾਉਂਦੇ ਹੋਏ ਕੰਬਲ ਦਾ ਝੁੰਬ ਮਾਰ ਕੇ ਮੀਂਹ ਪੈਣ ਦੇ ਵਿੱਚ ਸ਼ਹਿਰ ਵੱਲ ਨੂੰ ਚੱਲ ਪੈਂਦੇ ਤੇ ਨਾਲ ਇਉਂ ਗਾਉਂਦੇ ਜਾਂਦੇ ਹਨ। ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ, ਜਾਵੇ ਕਮਲੀ ਨਾ ਪ੍ਰੇਮ ਵਾਲੀ, ਜਾਵੇ ਕਮਲੀ। ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ, ਜਾਵੇ ਕਮਲੀ।
फलो वर्षे में, जाए मिला तिन साजना टुटे नाही ने। यूँ शहर ਨੂੰ ਤੁਰੇ ਜਾਂਦੇ ਤੇ ਆਪਣਾ ਇਹੋ ਜਿਹਾ ਦ੍ਰਿੜ ਇਰਾਦਾ ਜ਼ਾਹਰ ਕਰ ਰਹੇ ਹਨ। ਭਲਾ ਸਵੇਰ ਦਾ ਵਕਤ ਹੋਵੇ, ਅੰਮ੍ਰਿਤ ਵੇਲਾ, ਸਰਦੀ ਦਾ ਮੌਸਮ, ਬਾਰਿਸ਼ ਪੈਂਦੀ ਹੋਵੇ, ਉਸ ਵੇਲੇ ਕੌਣ ਜਾਗੇ। ਕਲਯੁਗ ਦਾ ਜੁੱਲੜ ਸਭ ਦੇ ਉੱਪਰ ਸਿੱਟਿਆ ਹੋਵੇ, ਜਾਂ ਤਾਂ ਕੋਈ ਬਿਮਾਰ ਜਾਗੇ ਜਾਂ ਕੋਈ ਰੱਬ ਦਾ ਪਿਆਰਾ। ਸਾਰੇ ਸ਼ਹਿਰ ਵੀ ਸੁੰਨਸਾਨ ਨਜ਼ਰ ਆਉਂਦੀ ਹੈ, ਕਿਉਂਕਿ ਉਹ ਸਮਾਂ ਬਿਜਲੀਆਂ ਦਾ ਹੈ ਨਹੀਂ ਸੀ। ਇਉਂ ਅੰਧੇਰ ਕੋ ਫਿਰਦਿਆਂ ਇੱਕ ਚੁਬਾਰੇ ਵਿੱਚ ਥੋੜ੍ਹਾ ਜਿਹਾ ਚਾਨਣਾ ਨਜ਼ਰ ਆਇਆ। ਥੋੜ੍ਹੀ ਜਿਹੀ ਰੋਸ਼ਨੀ ਦਿਸੀ। ਉਹ ਇੱਕ ਵੇਸ਼ਵਾ ਦਾ ਮਕਾਨ ਸੀ। ਹੇਠੋਂ ਆਵਾਜ਼ ਦਿੱਤੀ ਅਤੇ ਉੱਪਰੋਂ ਆਵਾਜ਼ ਆਈ, ਕੌਣ ਹੈ? ਇਹਨੇ ਕਿਹਾ, ਮੈਂ ਫਰੀਦ ਹਾਂ। ਉੱਪਰੋਂ ਆਵਾਜ਼ ਆਈ, ਪੌੜੀਆਂ ਥਾਂ ਉੱਪਰ ਚੜ੍ਹਿਆ, ਕੌਣ ਹੈ? ਉੱਪਰ ਜਾ ਪਹੁੰਚਾ। ਜਾ ਕੇ ਜਦੋਂ ਉੱਪਰ ਗਿਆ, ਉਹਨੇ ਪੁੱਛਿਆ, ਤੂੰ ਕੌਣ ਹੈ? ਇਹ ਵੇਲੇ ਫਿਰਦਾ ਹੈ? ਕਹਿਣ ਲੱਗਾ, ਮਾਤਾ ਮੈਂ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਵਾਉਣਾ ਹੈ। ਅੱਗ ਉੱਗ ਸਾਰੀ ਬੁਝ ਗਈ, ਸਾਰੇ ਸਾਧਨ ਖਤਮ ਹੋ ਗਏ ਜਲ ਗਰਮ ਕਰਨ ਦੇ। ਹੁਣ ਅੱਗ ਢੂੰਡਦਾ ਫਿਰਦਾ, ਜੇ ਕਿਤੇ ਮਿਲ ਜਾਏ, ਅੱਗ ਦਾ ਚਿੰਗਾੜਾ ਮਿਲ ਜਾਏ, ਬੜੀ ਮਿਹਰਬਾਨੀ ਹੋਵੇ। ਉਸਦੇ ਚਿੱਤ ਨੂੰ ਮਹਾਂਪੁਰਖਾਂ ਨੇ ਪ੍ਰੇਰ ਦਿੱਤਾ। ਸੋ ਕਹਿਣ ਲੱਗੀ, ਹਾਂ ਫਰੀਦਾ, ਅੱਗ ਮਿਲ ਤਾਂ ਸਕਦੀ ਹੈ, ਪਰ ਬੜੀ ਮਹਿੰਗੀ ਮਿਲੇਗੀ। ਕਹਿੰਦਾ, ਕਿੰਨੇ ਕੁ? ਕਹਿਣ ਲੱਗੀ, ਜੇ ਅੱਗ ਚਾਹੀਦੀ ਹੈ, ਅੱਖ ਦੀ ਡੇਲੀ ਕੱਢ ਕੇ ਦੇ ਜਾ, ਉਤਨੀ ਅੱਗ ਦਾ ਚਿੰਗਾੜਾ ਲੈ ਜਾ। ਇਹ ਸੁਣ ਕੇ ਬਹੁਤ ਹੀ ਖੁਸ਼ ਹੋਇਆ। ਕਹਿੰਦਾ, ਇਹ ਤਾਂ ਬੜਾ ਹੀ ਸਸਤਾ ਸੌਦਾ। ਜੇਕਰ ਸਿਰ ਮੰਗ ਲੈਂਦੀ, ਸਿਰ ਵੀ ਮੈਂ ਦੇ ਦਿੰਦਾ। ਜੇ ਸਿਰ ਦਿੱਤੀਆਂ ਸਤ ਵਸਤੂ ਪਰਮਾਤਮਾ ਦਾ ਮਿਲਾਪ ਹੋ ਜੇ, ਫਿਰ ਵੀ ਸਸਤਾ ਹੀ ਹੈ। ਸਿਰ ਤਾਂ ਨਾਸ਼ਵੰਤ ਵਸਤੂ ਹੈ, ਪਰਮਾਤਮਾ ਸਤ ਵਸਤੂ ਹੈ। ਸਤ ਦੇ ਬਦਲੇ ਅਸਤ ਦਾ ਪਰਿਤਿਆਗ ਤਾਂ ਬਹੁਤ ਹੀ ਮਾਮੂਲੀ ਗੱਲ ਹੈ, ਪਰ ਸਮਝ ਵਾਲਿਆਂ ਨੂੰ ਹੈ। ਇਉਂ ਕਰਕੇ ਫਰੀਦ ਦੀ ਨਿਗਾਹ 'ਚ ਬੈਠ ਕੇ ਦੇਖੋ, ਉਹਨੂੰ ਸਸਤਾ ਮਾਲੂਮ ਦਿੰਦਾ ਹੈ। ਕਹਿਣ ਲੱਗਾ, ਲੈ ਮਾਤਾ ਫਿਰ ਅੱਖ ਦੀ ਡੇਲੀ ਕੱਢ ਲੈ ਅਤੇ ਇਤਨੀ ਅੱਗ ਮੈਨੂੰ ਦੇ ਦੇ। ਉਹ ਕਹਿਣਗੇ, ਨਹੀਂ, ਆਪਣੇ ਆਪ ਕੱਢ ਕੇ ਦੇ। ਚਾਕੂ ਲੈ ਕੇ ਅੱਖ ਦੀ ਡੇਲੀ ਕੱਢ ਕੇ ਅੱਗੇ ਰੱਖ ਦਿੱਤੀ। ਅੱਖ 'ਤੇ ਪੱਟੀ ਬੰਨ੍ਹ ਲਈ। ਉਤਨਾ ਅੱਗ ਦਾ ਚਿੰਗਾੜਾ ਮਿਲ ਜਾਂਦਾ ਹੈ। ਬੜੇ ਯਤਨਾਂ ਨਾਲ ਲਿਆਂਦਾ। ਲਿਆ ਕੇ ਬੜੇ ਮੁਸ਼ਕਿਲ ਨਾਲ ਜਲ ਗਰਮ ਕੀਤਾ। ਦਿਨ ਭਾਵੇਂ ਚੜ੍ਹ ਗਿਆ। ਮਹਾਂਪੁਰਖਾਂ ਦਾ ਇਸ਼ਨਾਨ ਕਰਵਾਇਆ। ਇਸ਼ਨਾਨ ਕਰਕੇ ਉਹ ਸਵੈ ਸਰੂਪ ਦੇ ਧਿਆਨ ਵਿੱਚ ਮਗਨ ਹੋਏ। ਆਪ ਵੀ ਬੈਠ ਗਿਆ, ਪਰ ਅੱਖ 'ਤੇ ਪੱਟੀ ਬੰਨ੍ਹੀ ਹੋਈ ਹੈ। ਕਿਉਂ? ਅੱਖ ਦੀ ਡੇਲੀ ਕੱਢੀ ਗਈ, ਚੀਸ ਵੀ ਪੈਂਦੀ ਹੈ। ਇਉਂ ਕਰਕੇ ਪਹਿਰ ਦਿਨ ਚੜ੍ਹ ਗਿਆ। ਜਦ ਉਹਨਾਂ ਮਹਾਂਪੁਰਖਾਂ ਨੇ ਆਵਾਜ਼ ਮਾਰੀ ਫਰੀਦ ਨੂੰ, ਇਹ ਪਹੁੰਚਿਆ। ਜਾ ਕੇ ਸਿੱਧਾ ਕੀਤਾ, ਸਿਰ ਨਵਾਇਆ, ਇਹਦੇ ਚਿਹਰੇ ਵੱਲ ਤੱਕ ਕੇ ਕਹਿਣ ਲੱਗੇ, ਕੀ ਗੱਲ ਹੈ, ਪੱਟੀ ਬੱਧੀ ਹੈ? ਕਹਿਣ ਲੱਗਾ, ਮਹਾਰਾਜ ਆਈ ਹੈ, ਯਾਨੀ ਦੁਖਣੀ ਆਈ ਹੈ। ਸੋ ਪਤਾ ਤਾਂ ਉਹਨੂੰ ਹੈ ਹੀ ਸੀ ਸਭ ਕੁਛ। ਕਹਿਣ ਲੱਗੇ, ਚੰਗਾ ਜੀ, ਆਈ ਹੈ, ਖੋਲ੍ਹ ਦੇ। ਅੱਖ ਦੀ ਪੱਟੀ ਖੋਲ੍ਹੀ। ਅੱਖ ਵੀ ਸਾਬਤ ਹੈ। ਔਰ ਉਹ ਪਰਮਾਤਮਾ ਦੀ ਜੋਤ ਜਿਆਦੇ ਵਾਸਤੇ 36 ਸਾਲ ਤਪ, 12 ਸਾਲ ਸੇਵਾ ਕੀਤੀ, ਉਹ ਅੰਦਰ ਹਿਰਦੇ ਵਿੱਚ ਪ੍ਰਕਾਸ਼ ਕਰਿਆ। ਫਰੀਦ ਨਿਹਾਲ ਹੋ ਗਿਆ। ਇਸ ਵਸਤੂ ਦੀ ਦਾਤ ਸਤਿਪੁਰਸ਼ ਕਈ ਤਰੀਕੇ ਸਿਰ ਕਰ ਦਿੰਦੇ ਹਨ, ਪਰ ਜਿਹੜੀ ਧਾਰਨਾ ਕਰਵਾ ਕੇ, ਮਿਹਨਤ ਕਰਵਾ ਕੇ ਵਸਤੂ ਦਿੱਤੀ ਜਾਵੇ, ਉਹਦੀ ਵਸਤੂ ਗ੍ਰਹਿਣ ਕਰਨ ਵਾਲਾ ਕਦਰ ਕਰਦਾ ਹੈ। ਸਸਤੀ ਬਿਨਾਂ ਕਾਰਨਾਂ ਤੋਂ ਵਸਤੂ ਮਿਲ ਜਾਏ, ਉਹਦੀ ਕਦਰ ਨਹੀਂ ਕਰਦਾ ਹੁੰਦਾ। ਕਾਇਦਾ ਹੈ, ਜਿਸ ਨੂੰ ਮੁਫਤ ਆਪਣੇ ਪਿਤਾ ਦਾ ਧਨ ਕਮਾਇਆ ਮਿਲ ਜਾਏ, ਉਹਦੀ ਕਦਰ ਨਹੀਂ ਕਰਦਾ। ਆਪ ਮਸ਼ੱਕਤ ਕਰਕੇ, ਲਹੂ ਪਸੀਨਾ ਇੱਕ ਕਰਕੇ ਮਿਹਨਤ ਕੀਤੀ ਹੋਵੇ, ਫਿਰ ਧਨ ਕਮਾਵੇ, ਫਿਰ ਉਸ ਨੂੰ ਸਾਂਭ ਕੇ ਰੱਖਦਾ ਹੈ। ਕਿਉਂ? ਇਸੀ ਤਰ੍ਹਾਂ ਇੰਨੀ ਮਿਹਨਤ ਕਰਵਾ ਕੇ ਵਸਤੂ ਦਿੱਤੀ,
ਫਰੀਦ ਨਿਹਾਲ ਅਗੋ ਉਹਦੀ ਫਿਰ ਗੱਦੀ ਚੱਲੀ ਆ ਫਰੀਦ ਦੀ। ਇਉਂ ਫਰੀਦ ਨੂੰ ਗੁਰੂ ਸ਼ਰਨ ਵਿੱਚ ਆ ਕੇ ਇਸ ਵਸਤੂ ਦੀ ਪ੍ਰਾਪਤੀ ਹੋਈ। ਇਸੀ ਤਰ੍ਹਾਂ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਪਹਿਲੇ ਸੰਸਕਾਰ ਅੰਮ੍ਰਿਤ ਯਾਨੀ ਚਰਣਾਮ੍ਰਿਤ ਹਾਸਲ ਕੀਤਾ। ਉਸ ਤੋਂ ਬਾਅਦ ਨਾਮ ਅੰਮ੍ਰਿਤ ਮਿਲਿਆ। ਉਸ ਦੀ ਕਮਾਈ ਅਤੇ ਸੇਵਾ ਕੀਤੀ। ਤਨ ਕਰਕੇ ਸੇਵਾ, ਮਨ ਕਰਕੇ ਭਜਨ, ਸ਼ੁੱਧ ਔਰ ਇਕਾਗਰਤਾ ਦੀ ਲੋੜ ਹੈ। ਮਨ ਸ਼ੁੱਧ ਔਰ ਇਕਾਗਰ ਹੁੰਦਾ ਚਲਾ ਗਿਆ, ਜਲਦੀ ਹੀ ਅੰਦਰ ਇਤਨੀ ਰੋਸ਼ਨੀ ਹੋ ਜਾਂਦੀ ਹੈ ਜਿਵੇਂ ਲਾਲ ਸੂਰਜ ਚੜ੍ਹਿਆ ਮੱਥੇ ਵਿੱਚ, ਇਤਨੀ ਰੋਸ਼ਨੀ ਹੋ ਕੇ ਨਾਮ ਦਾ ਸਿਮਰਨ ਜਾਰੀ ਹੋ ਗਿਆ। ਉਹਦੇ ਵਿੱਚ ਮਸਤ ਹੋ ਗਏ ਅਤੇ ਸੇਵਾ ਹੱਥੀਂ ਕਰਦੇ ਹਨ। ਸੇਵਾ ਬਹੁਤ ਕਿਸਮ ਦੀ ਹੈ। ਲੰਗਰ ਦੀ ਸੇਵਾ ਹੈ, ਜੂਠੇ ਬਰਤਨ ਮਾਂਜਣੇ ਹਨ, ਸਾਧ-ਸੰਗ ਦੇ ਜੁੱਤੇ ਝਾੜਨੇ ਹਨ, ਉਹ ਤੱਪੜ ਵਿਛਾਉਣੇ, ਝਾੜੂ ਦੇਣੇ, ਅਨੇਕਾਂ ਕਿਸਮ ਦੀ ਸੇਵਾ ਜੋ ਗੁਰੂ ਘਰ ਵਿੱਚ ਹੈ। ਜਿਉਂ ਜਿਉਂ ਸੇਵਾ ਕਰਦੇ ਤੇ ਮਨ ਵੀ ਸ਼ੁੱਧ ਹੁੰਦਾ ਹੈ। ਇਉਂ 12 ਸਾਲ ਸੇਵਾ ਕੀਤੀ। ਅਖੀਰ ਸਭ ਤੋਂ ਕਠਿਨ ਜਿਹੜੀ ਸੇਵਾ ਸੀ, ਆਪ ਨੇ ਪ੍ਰਤਿਗਿਆ ਕੀਤੀ। ਰਾਤ ਦੇ ਪਹਿਰ ਸਵਾ ਪਹਿਰ, ਰਾਤ ਦੇ ਸਤਸੰਗ ਤੋਂ ਬਾਅਦ ਆਪ ਜੀ ਨੇ ਮੋਢੇ 'ਤੇ ਗਾਗਰ ਉਠਾਉਣੀ। ਦਰਿਆ ਬਿਆਸ ਉੱਥੋਂ 4 ਕੋਹ ਦੇ ਫਾਸਲੇ 'ਤੇ ਸੀ। ਉੱਧਰ ਨੂੰ 2 ਕੋਹ ਪੁਠਪਹਿਰੇ ਜਾਣਾ, ਗੁਰੂ ਅਦਬ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ। ਉੱਥੇ ਅਰਦਾਸ ਕਰਨੀ, ਜੀ ਗਰੀਬ ਨਵਾਜ਼ ਹਜ਼ੂਰ ਵੱਲ ਪਿੱਠ ਹੋ ਰਹੀ ਹੈ। ਦਰਿਆ ਬਿਆਸ ਵੱਲ ਮੂੰਹ ਕਰਨਾ। ਉੱਥੋਂ ਜਲਦੀ ਗਾਗਰ ਭਰ ਕੇ ਲਿਆਉਣੀ ਜਿੱਥੇ ਅੱਜ ਗੁਰਦੁਆਰਾ ਦਮਦਮਾ ਸੁਸ਼ੋਭਿਤ ਹੈ। ਉੱਥੇ ਉੱਚਾ ਥਾਂ ਬਣਾਇਆ ਹੋਇਆ ਸੀ। ਗਾਗਰ ਰੱਖ ਕੇ ਦਮ ਲਿਆ ਕਰਦੇ, ਕਿਉਂਕਿ 70 ਸਾਲ ਦੀ ਉਮਰ ਵਿੱਚ ਤਾਂ ਸੇਵਾ ਕਰਨ ਲੱਗੇ ਸਨ। ਇਉਂ ਆਪ ਨੇ 12 ਸਾਲ ਫਿਰ ਕੀਤੀ ਸੇਵਾ। ਸੋ ਇਸ ਤਰੀਕੇ ਸਿਰ ਆਪ ਜੀ ਨੇ ਇੱਕ ਦਿਨ ਵੀ ਨਾਗਾ ਨਹੀਂ ਪਾਇਆ। ਸਾਧ-ਸੰਗ ਰੋਜ਼ ਦਾ ਤਾਂ ਇੱਕ ਦੀਵਾ ਧਰਨਾ ਹੀ ਮੁਸ਼ਕਿਲ ਹੁੰਦਾ ਹੈ। ਇਤਨੀ ਕਠਿਨ ਪ੍ਰਤਿਗਿਆ ਦੁਆਰਾ ਇੱਕ ਦਿਨ ਵੀ ਨਾਗਾ ਨਾ ਪਾਉਣਾ ਕਿਤਨੀ ਮੁਸ਼ਕਿਲ ਗੱਲ ਹੈ। ਮਰ ਜੀਵਣਿਆਂ ਤੋਂ ਬਿਨਾਂ ਇਹ ਜੀ ਧਾਲਣਾ ਕੌਣ ਧਾਲ ਸਕਦਾ ਹੈ। ਸੋ ਇਉਂ ਕਰਕੇ ਸਰਦੀ ਦਾ ਮੌਸਮ ਆ ਗਿਆ। ਕਈ ਦਿਨ ਦੀ ਝੜੀ ਲੱਗ ਗਈ ਸਾਡੇ ਦੇਸ਼, ਖਾਸ ਕਰ ਪੰਜਾਬ ਵਿੱਚ। ਸਰਦੀ ਦੇ ਮੌਸਮ ਵਿੱਚ ਝੜੀਆਂ ਲੱਗਦੀਆਂ ਤਾਂ ਕਈ ਦਿਨ ਲਗਾਤਾਰ ਚਲੀਆਂ ਜਾਂਦੀਆਂ। ਕਈ ਦਿਨ ਬਾਰਿਸ਼ ਨਹੀਂ ਹਟਦੀ। ਇਉਂ ਕਈ ਦਿਨ ਦੀ ਝੜੀ ਲੱਗੀ, ਥਾਂ ਥਾਂ ਪਾਣੀ ਫਿਰਦਾ ਹੈ, ਸਖਤ ਸਰਦੀ ਹੈ, ਠੱਕਾ ਵਗਦਾ ਹੈ। ਪਰ ਆਪ ਇਸ ਗੱਲ ਦੀ ਕੋਈ ਪਰਵਾਹ ਨਾ ਕਰਦੇ ਹੋਏ ਵੇਲੇ ਸਿਰ ਮੋਢੇ 'ਤੇ ਗਾਗਰ ਉਠਾਉਂਦੇ ਹਨ, ਦਰਿਆ ਬਿਆਸ ਵੱਲ ਚੱਲ ਪੈਂਦੇ ਹਨ। ਅੱਜ ਵੀ ਆਪ ਨੇ ਐਸਾ ਹੀ ਕੀਤਾ। ਵਾਪਸੀ ਦੇ ਵਿੱਚ ਜਦੋਂ ਸਖਤ ਠੱਕਾ ਵਗਦਾ ਸੀ, ਮੀਂਹ ਪੈਂਦਾ ਸੀ, ਗੋਡੇ ਗੋਡੇ ਪਾਣੀ ਫਿਰਦਾ ਸੀ, ਆਪ ਜੀ ਵਾਪਸ ਆਏ, ਵੇਲੇ ਸਿਰ ਆ ਕੇ ਇਸ਼ਨਾਨ ਕਰਵਾਇਆ ਕਰਦੇ ਸਨ। ਉਹਦੇ ਵਿੱਚ ਫਰਕ ਨਹੀਂ ਸੀ ਪੈਂਦਾ। ਵਕਤ ਦੇ ਵਿੱਚ ਗੁਰੂ ਕੇ ਮਿਲਣਾ ਦੇ ਨਜ਼ਦੀਕ ਇੱਕ ਜੁਲਾਹਿਆਂ ਦਾ ਘਰ ਸੀ। ਉਹਨਾਂ ਦੇ ਕੱਪੜੇ ਬੁਣਨ ਵਾਸਤੇ ਅਤੇ ਉਣ ਵਾਸਤੇ ਚੁੰਮਣਾ ਪੱਟੀਆਂ ਸਨ ਅਤੇ ਕਿੱਲੀਆਂ ਗੱਡੀਆਂ ਸਨ। ਪਾਣੀ ਹੋਣ ਕਰਕੇ, ਅੰਧੇਰਾ ਹੋਣ ਕਰਕੇ ਆਪ ਜੀ ਦੀ ਠੋਕਰ ਇੱਕ ਕਿੱਲੀ ਵਿੱਚ ਲੱਗ ਜਾਂਦੀ ਹੈ। ਇਉਂ ਠੋਕਰ ਲੱਗਣ ਕਰਕੇ ਗਿਰ ਜਾਂਦੇ ਹਨ। ਖੜਾਕ ਹੋਇਆ ਪਰ ਜਲ ਨਹੀਂ ਡੁੱਲਣ ਦਿੱਤਾ। ਜੁਲਾਹਿਆਂ ਦਾ ਛੋਟਾ ਜਿਹਾ ਘਰ ਸੀ ਵਿਚਾਰਿਆਂ ਦਾ। ਜੁਲਾਹਾ ਅਤੇ ਜੁਲਾਹੀ ਦੋਵੇਂ ਜੀ ਸਨ। ਉਹ ਚਾਹੁੰਦਾ ਸੀ ਕਈ ਦਿਨ ਦੀ ਝੜੀ ਲੱਗਣ ਕਰਕੇ। ਸੋ ਕਦੇ ਮੰਜੀ ਉੱਧਰ ਖਿੱਚਦੇ ਸਨ, ਕਦੇ ਉੱਧਰ। ਜਦੋਂ ਖੜਾਕ ਸੁਣਿਆ ਤਾਂ ਜੁਲਾਹਾ ਕਹਿਣ ਲੱਗਾ ਭਈ ਕੋਈ ਚੋਰ ਹੈ ਸ਼ਾਇਦ। ਇਹ ਸੁਣ ਕੇ ਜੁਲਾਹੀ ਕਹਾਂਗੀ ਚੋਰ ਨੇ ਇਹੋ ਜਿਹੇ ਵੇਲੇ ਮੀਂਹ 'ਚ ਕੀ ਲੈਣਾ ਸੀ, ਇਹ ਤਾਂ ਅਮਰੂ ਨਿਥਾਵਾਂ ਹੈ। ਇਹ ਲਫ਼ਜ਼ ਕਹੇ ਇਸ ਮਾਰਗ 'ਤੇ ਚੱਲਣ ਵਾਲਿਆਂ ਨੂੰ ਦੁਨੀਆ ਦੇ ਅਣਜਾਣ ਲੋਕ ਤਾਨੇ ਵੀ ਮਾਰਦੇ ਹਨ, ਦੁਰਬਚਨ ਵੀ ਕਹਿੰਦੇ ਹਨ। ਪਰ ਇਹਨਾਂ ਦੀ ਨਾ ਪਰਵਾਹ ਕਰਦੇ ਹੋਏ, ਆਪਣੇ ਮਿਸ਼ਨ ਨੂੰ ਮੁੱਖ ਰੱਖਦੇ ਹੋਏ ਉਹ ਬੇਫਿਕਰੀ ਨਾਲ ਮਸਤ ਹਾਥੀ ਵਾਂਗੂ ਚਲੇ ਜਾਂਦੇ। ਇਹ ਗੱਲ ਜਦੋਂ ਕਹੀ ਅਮਰੂ ਨਿਥਾਵਾਂ, ਇਹ ਗੱਲ ਸੁਣ ਕੇ ਆਪ ਨੇ ਕਿਹਾ ਕਮਲੀਏ ਮੈਂ ਨਿਥਾਵਾਂ ਕਿਉਂ?
ਨਿਥਾਵਾਂ ਤੋਂ ਉਹ ਹੁੰਦਾ ਹੈ ਜਿਹਨੂੰ ਗੁਰੂ ਨਾ ਮਿਲੇ। ਉਹਦਾ ਦੋਨਾਂ ਜਹਾਨਾਂ 'ਚ ਕੋਈ ਥਾਂ ਨਹੀਂ ਹੁੰਦਾ ਨਿਗੁਰੇ ਪੁਰਸ਼ ਦਾ। ਜਿਹੜਾ ਗੁਰੂ ਵਾਲਾ ਹੈ ਉਹਦਾ ਦੋਨਾਂ ਜਹਾਨਾਂ ਵਿੱਚ ਥਾਂ ਹੈ। ਕਮਲੀ ਕਮਲੀ ਕਹਿਣ ਦੀ ਦੇਰ ਸੀ, ਅਮੋਘ ਬਾਣ ਵਾਂਗੂ ਬਚਨ ਲੱਗਿਆ, ਕਿਉਂਕਿ ਬਿਰਦਾ ਸ਼ੁੱਧ ਸੀ। ਉਹ ਕਮਲੀ ਹੋ ਕੇ ਰੋਈਆਂ ਨੂੰ ਦੌੜ ਜਾਂਦੀ ਹੈ। ਕੱਪੜੇ ਫਾੜ ਕੇ ਉਸੀ ਤਰ੍ਹਾਂ ਮੀਂਹ ਪੈਂਦੇ ਵਿੱਚ ਪਤਾ ਨਹੀਂ ਕਿੱਧਰ ਨੂੰ ਦੌੜ ਗਈ। ਇਹਨਾਂ ਨੇ ਆ ਕੇ ਉਸ ਜਲ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਸ਼ਨਾਨ ਕਰਵਾਇਆ। ਗੁਰੂ ਅੰਗਦ ਦੇਵ ਮਹਾਰਾਜ ਸਮਾਧ ਸਥਿਤ ਹੋ ਜਾਂਦੇ ਹਨ। ਆਪ ਜੀ ਵੀ ਬੈਠ ਜਾਂਦੇ ਹਨ। 12 ਸਾਲ ਆਪ ਨੇ ਬੈਠ ਕੇ ਯਾਨੀ ਲੰਮੇ ਪੈ ਕੇ ਨੀਂਦ ਨਹੀਂ ਲਈ। ਬੈਠਿਆਂ ਬੈਠਿਆਂ ਭਾਵੇਂ ਕੋਈ ਟੂਲਾ ਆ ਜਾਂਦਾ ਸੀ। ਇਉਂ ਐਸੀ ਕਠਿਨ ਕਾਲਣਾ ਕਰ ਲਈ। ਅੱਜ ਭਾਵੇਂ ਪਹਿਲੇ ਵੀ ਜਾਣਦੇ ਸਨ ਗੁਰੂ ਅੰਗਦ ਦੇਵ ਮਹਾਰਾਜ, ਅੱਜ ਆਪ ਜੀ ਦਾ ਹਿਰਦਾ ਬੜਾ ਦਰਵੀਭੂਤ ਹੋਇਆ ਅਤੇ ਸੋਚਿਆ ਇਹਨਾਂ ਨੂੰ ਕਾਲਣਾ ਦਾ ਫਲ ਮਿਲਣਾ ਚਾਹੀਦਾ ਹੈ। ਹਾਂ, ਹੁਕਮ ਕੀਤਾ ਅਮਰਦਾਸ ਨੂੰ ਸਣੇ ਕੇਸੀ ਇਸ਼ਨਾਨ ਕਰਵਾ ਕੇ ਔਰ ਨਵੀਨ ਕਹੀਏ ਨਵੇਂ ਬਸਤਰ ਪਹਿਨਾ ਕੇ ਹਾਜ਼ਰ ਕਰੋ। ਐਸਾ ਹੀ ਕੀਤਾ ਗਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਨਮਸਕਾਰ ਕੀਤੀ, ਗਲ ਵਿੱਚ ਪੱਲਾ ਪਾ ਕੇ ਸਾਹਮਣੇ ਖੜ੍ਹੇ ਹੋ ਗਏ। ਹਾਂ, ਗੁਰੂ ਅੰਗਦ ਦੇਵ ਮਹਾਰਾਜ ਨੇ ਫਰਮਾਇਆ, ਪੁਰਖਾ ਤੈਂ ਸੇਵਾ ਕਰਕੇ ਮੈਨੂੰ ਅਤਿਅੰਤ ਪ੍ਰਸੰਨ ਕਰ ਲਿਆ। ਹੁਣ ਮੈਂ ਬੇਵਸਾ ਹੋਇਆ ਤੈਨੂੰ ਕੁਛ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਕਰਨ ਵਾਸਤੇ। ਹਾਂ, ਆਸਮਾਨ ਵੱਲ ਨਿਗਾਹ ਮਾਰ, ਦੇਖ ਕਿੰਨੀਆਂ ਸ਼ਕਤੀਆਂ, ਇਹ ਸਾਰੀਆਂ ਤੇਰੇ ਤਾਬੇ। ਬੇਅੰਤ ਸ਼ਕਤੀਆਂ ਜੋ ਦੁਨੀਆ ਦੀਆਂ ਹਨ, ਸਭ ਹੱਥ ਬੰਨ੍ਹੀ ਖੜੀਆਂ ਹਨ। ਕਹਿਣ ਲੱਗੇ ਇਹ ਸਭ ਤੇਰੇ ਹੁਕਮ ਵਿੱਚ। ਪਰ ਆਪ ਜੀ ਦੀ ਨਿਸ਼ਚਤਾ ਕਿਤਨੀ ਸੀ। ਅਰਜ਼ ਕਰਨ ਲੱਗੇ, ਸੱਚੇ ਪਾਤਸ਼ਾਹ, ਇਹ ਵਿਭੂਤੀ ਤਾਂ ਹਜ਼ੂਰ ਨੂੰ ਹੀ ਸੁਸ਼ੋਭਿਤ ਹੋਵੇ, ਪਰ ਇਸ ਦਾਸਰੇ ਨੂੰ ਤਾਂ ਸਿਰਫ ਚਰਨਾਂ ਦੀ ਸੇਵਾ ਬਖਸ਼ੋ। ਕਹਿਣ ਲੱਗੇ ਹਾਂ, ਉਸੀ ਦੀ ਬਰਕਤ ਹੈ ਜੋ ਕੁਛ ਹੈ। ਫਿਰ ਉਸ ਤੋਂ ਬਾਅਦ ਕਿਰਪਾ ਦ੍ਰਿਸ਼ਟੀ ਕੀਤੀ। ਸੋ ਖੜਿਆਂ ਖੜਿਆਂ ਉਹਨਾਂ ਦੀ ਸੁਰਤ ਇਉਂ ਚੱਲੀ ਜਿਵੇਂ ਰੀਲ ਉੱਧੜਦੀ ਹੁੰਦੀ। ਸਰੀਰ ਦੇ ਅੰਦਰ ਕਰੋੜਾਂ ਬ੍ਰਹਮੰਡ ਹਨ, ਸਭ ਨੂੰ ਉਲੰਘਦੀ ਹੋਈ ਅਖੀਰ ਇਹੋ ਜਿਹੇ ਥਾਂ ਦੇ ਵਿੱਚ ਜਾ ਕੇ ਸਥਿਤ ਹੋ ਗਈ ਜੋ ਵਾਹਿਗੁਰੂ ਦਾ ਆਪਣਾ ਸਰੂਪ ਹੈ, ਜਿਸ ਨੂੰ ਕਿਹਾ ਰੂਪ ਨਾ ਰੇਖ ਨਾ ਰੰਗ, ਕਿਛ ਤਰ੍ਹਾਂ ਗੁਣ ਤੇ ਪ੍ਰੂਪ ਹਨ। ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਨਿਰਾਕਾਰ ਤੇ ਨਿਰਵਿਕਲਪ ਵਸਤੂ। ਐਨ ਸਮਾਧ ਰੂਪ ਉੱਥੇ ਜਾ ਕੇ ਬਿਰਤੀਪਣਾ ਗਵਾ ਕੇ ਲੀਨ ਹੋ ਜਾਂਦੀ ਹੈ, ਸਥਿਤ ਹੋ ਜਾਂਦੀ ਹੈ। ਬੜੀ ਦੇਰ ਤੱਕ ਇਸ ਅਵਸਥਾ ਵਿੱਚ ਖੜ੍ਹੇ ਰਹੇ। ਹੁਣ ਹੁਕਮ ਹੈ, ਪੁਰਖਾ ਜੋ ਕੁਛ ਤੈਂ ਪਾਉਣਾ ਸੀ ਪਾ ਲਿਆ। ਸਭ ਗੁਰੂ ਨਾਨਕ ਦੀ ਜਿਤਨੀ ਭਗਤੀ ਦੇ ਭੰਡਾਰ, ਬ੍ਰਹਮ ਗਿਆਨ ਦੇ ਭੰਡਾਰ, ਸ਼ਕਤੀਆਂ ਦੇ ਭੰਡਾਰ, ਇਹ ਸਭ ਤੇਰੇ ਤਾਬੇ ਕੀਤੇ। ਸੋ ਇਉਂ ਕਹਿੰਦਿਆਂ ਹੋਇਆਂ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ। ਉਸ ਮੌਕੇ ਉਹ ਅਵਸਥਾ ਪ੍ਰਾਪਤ ਹੋ ਗਈ ਜਿਸ ਵਿੱਚ ਪਹੁੰਚ ਗਿਆ ਮਸਤੀ ਵਿੱਚ ਇਉਂ ਬੋਲ ਉੱਠੇ, ਕੱਚੇ ਕੱਚ ਤੋਂ ਬਣ ਗਿਆ ਸੋਨਾ, ਗੁਰਾਂ ਦੇ ਚਰਨੀ ਲੱਗ। ਕੱਚੇ ਕੱਚ ਤੋਂ ਬਣ ਗਿਆ, ਗੁਰਾਂ ਦੇ ਚਰਨੀ ਲੱਗ।
ਕੰਚਨ ਪਿਆ ਸ਼ਬਦ ਗੁਰ ਸਰਵਣੇ ਸੁਣੇ। ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰੂ ਮੁਖ ਭਣਿਓ। ਲੋਹ ਹੋਇਓ ਲਾਲ ਨਦਰ ਸਤਿਗੁਰੂ ਜਦ ਧਾਰੇ। ਪਾਹਣ ਮਾਣ ਕਰੇ ਕਿਉ ਗੁਰ ਗਿਆਨ ਵਿਚਾਰੇ। ਜਦੋਂ ਨਦਰ ਗੁਰਾਂ ਨੇ ਧਾਰੀ ਨਦਰ ਸਤਿਗੁਰੂ ਜਦ ਧਾਰੇ। ਪਾਹਣ ਮਾਣ ਕਰੇ ਕਿਉ ਗੁਰ ਗਿਆਨ ਵਿਚਾਰੇ। ਇਉਂ ਜਿਵੇਂ 8 ਧਾਤਾਂ ਪਿੱਤਲ, ਤਾਂਬਾ,
ਕਾਂਸੀ ਆਦਿ ਇਹਨਾਂ ਨੂੰ ਪਾਰਸ ਛੋ ਜਾਵੇ, ਪਾਰਸ ਦੀ ਬੱਟੀ ਛੋ ਜਾਵੇ, ਸੋਨਾ ਬਣਨ ਵਾਸਤੇ ਦੇਰ ਨਹੀਂ ਲੱਗਦੀ। ਸਭ ਸੋਨਾ ਬਣ ਜਾਂਦੇ ਹਨ। ਪਰ ਇਸੀ ਤਰ੍ਹਾਂ ਦੂਸਰੇ ਪਾਸੇ ਜੇਕਰ ਗੁਰੂ ਸ਼ਰਨ ਵਿੱਚ ਆ ਕੇ ਇਹ ਸੇਵਾ ਭਗਤੀ ਕਰੇ ਸੋ ਉਹ ਆਪਣੇ ਵਰਗਾ ਹੀ ਬਣਾ ਲੈਂਦੇ ਨੇ। ਗੁਰ ਤੇ ਗੁਰ ਹੋਵਾ ਦੇਖੋ ਤਿਸ ਦੀ ਰਜ਼ਾ ਹੈ। ਜਿਹੜਾ ਪਾਰਸ ਹੈ ਅੱਠਾਂ ਤੋਂ ਧਾਤਾਂ ਨੂੰ ਪਾਰਸ ਨਹੀਂ ਬਣਾ ਸਕਦਾ, ਉਹ ਸੋਨਾ ਬਣਾ ਸਕਦਾ ਹੈ, ਪਰ ਸਤਪੁਰਸ਼ ਆਪਣੇ ਵਰਗਾ ਹੀ ਬਣਾ ਲੈਂਦੇ ਹਨ। ਪਾਰਸ में और संत में बड़ो अंतरो जान, वो लोह्यों कंचन करे वो करें आप समान। यों गुरु अंगद देव महाराज जी ने 12 साल की सेवा के उपर प्रसन्न हो के आप नूं तीसरा गुरु नानक बना दिता। सारियां शक्तियां भगती ब्रह्म ज्ञान आदि भंडार दे संयुक्त कर दिता। यूँ ये सेवा और भजन दियां बरकतां हैं। तां ते गुरु शरण विच आके जिन्हां जिन्हां ऐसियां कारणा कर लियां वो सब ही इन्हां बरकतां तो फैज़याब होए। सबनां नूं ये प्राप्त होईयां। ये नहीं कोई खाली रहा होए, पर जिसने ऐसियां कारणा कर लियां होण तां यूँ गुरु जी तदे फरमाउंदे हन, नाम जपिए तन दूर हुंदे दुखड़े, सेवा करके मान पाई। जपिए तन दूर हुंदे, सेवा करके मान पाई। नाम जपिए तन दूर हुंदे दुखड़े, सेवा करके मान पाई। नाम जपिए तन दूर हुंदे
ਭਜਨ ਦੀਆਂ ਬਰਕਤਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਜਿਸ ਪ੍ਰਭੂ ਤੋਂ ਵਿਛੜਿਆ ਉਸ ਦੇ ਵਿੱਚ ਮਿਲ ਕੇ ਉਹਾਜਾਈ ਬਣ ਜਾਂਦਾ ਹੈ। ਇਸ ਵਾਸਤੇ ਮਨ ਤਨ ਧਾਰ ਕੇ ਸਾਰੇ ਕੰਮਾਂ ਨਾਲੋਂ ਮੁੱਖ ਕੰਮ ਇਸ ਦਾ ਇਹ ਕੁਛ ਹੈ, ਗੁਰੂ ਸ਼ਰਨ ਵਿੱਚ ਆਉਣਾ, ਸੇਵਾ ਭਗਤੀ ਕਰਕੇ ਜਨਮ ਨੂੰ ਸਫਲਾ ਕਰਨਾ। ਭਾਵੇਂ ਇਹਦਾ ਮਤਲਬ ਇਹ ਨਹੀਂ ਵੀ ਵਿਵਹਾਰਕਾਰ ਕੋਈ ਨਹੀਂ ਕਰਨਾ, ਵਿਹਾਰਕਾਰ ਇਹ ਵੀ ਨੇਕ ਨੀਅਤੀ ਨਾਲ ਕਰੀ ਜਾਓ, ਬਲਕਿ ਇਸ ਤਰੀਕੇ ਸਿਰ ਜੋ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਦਾ ਹੈ ਉਹਦੇ ਵਿਵਹਾਰਕਾਰ ਵਿੱਚ ਵੀ ਵਾਧਾ ਹੁੰਦਾ ਹੈ, ਆਲ ਰਾਊਂਡ ਉਸਨੂੰ ਫਾਇਦਾ ਹੁੰਦਾ ਹੈ। ਭਜਨ ਕਰਨ ਵਾਲੇ ਦੀ ਆਮ ਲੋਕਾਂ ਨਾਲੋਂ ਸਿਹਤ ਵੀ ਚੰਗੀ ਰਹਿੰਦੀ ਹੈ, ਭਜਨ ਕਰਨ ਵਾਲੇ ਦਾ ਮਨ ਸ਼ਾਂਤ ਰਹਿੰਦਾ ਹੈ, ਭਜਨ ਕਰਨ ਵਾਲਾ ਭੁਰਜਮਾਂ ਤੋਂ ਬਚਦਾ ਹੈ, ਨਰਕਾਂ 'ਚ ਨਹੀਂ ਜਾਂਦਾ, ਦੁਨੀਆ ਵਿੱਚ ਇੱਜ਼ਤ ਆਬਰੂ ਹਾਸਲ ਕਰਦਾ ਹੈ ਔਰ ਬੜੀਆਂ ਸ਼ਕਤੀਆਂ ਭਜਨ ਕਰਕੇ ਪ੍ਰਾਪਤ ਹੁੰਦੀਆਂ ਹਨ। ਇਸ ਕਰਕੇ ਭਜਨ ਸੇਵਾ ਆਦਿ ਕਿਤਨੇ ਕੁ ਗੁਣ ਦੱਸੇ ਜਾਣ। ਸੋ ਆਓ ਹੁਣ ਸਮੇਂ ਵੱਲ ਦੇਖੋ, ਸਮਾਂ ਆਗਿਆ ਨਹੀਂ ਦੇ ਰਿਹਾ। ਸੋ ਰੋਜ਼ ਦੇ ਸੁਭਾਅ ਦੇ ਮੁਤਾਬਕ ਪਹਿਲੇ ਆਨੰਦ ਸਾਹਿਬ ਵਿੱਚ ਬੋਲੋ, ਬਾਅਦ ਗੁਰੂ ਸਤੋਤਰ ਵਿੱਚ, ਉਸ ਤੋਂ ਬਾਅਦ ਅਰਦਾਸ ਵਿੱਚ ਜੁੜੋ, ਫਿਰ ਹੁਕਮਨਾਮਾ ਗੁਰੂ ਮਹਾਰਾਜ ਦਾ ਸੁਣੋ, ਫਿਰ ਪ੍ਰਸ਼ਾਦ ਲੈ ਕੇ ਅਗਲਾ ਪ੍ਰੋਗਰਾਮ ਸੁਣ ਕੇ ਫਿਰ ਚਾਲੇ ਪਾਉਣੇ। ਸੋ ਇਸ ਪੰਡਾਲ ਦੀਆਂ ਨੇ ਇਹ ਥਾਂ ਦੇ ਜੋ 28 ਕੁ ਦਿਨ ਰੱਖੇ ਸਨ, ਬਸ ਆਹੀ ਹਫ਼ਤਾ ਹੈ ਤਕਰੀਬਨ। ਐਤਵਾਰ ਨੂੰ ਜੋ ਆਉਣ ਵਾਲਾ ਸੰਡੇ ਹੈ ਉਸ ਦਿਨ ਅੰਮ੍ਰਿਤ ਪ੍ਰਚਾਰ ਹੋ ਜਾਣਾ ਹੈ। ਅੰਮ੍ਰਿਤ ਪ੍ਰਚਾਰ ਇੱਥੇ ਹੀ ਹੋਵੇਗਾ, ਯਾਨੀ ਜਿਸ ਥਾਂ ਤੁਹਾਨੂੰ ਦੱਸਣਗੇ। ਉਸ ਤੋਂ ਬਾਅਦ ਐਤਵਾਰ ਦਾ ਦੀਵਾਨ ਗ੍ਰੇਵਲੈਂਡ ਹੋਏਗਾ। ਸੋ ਇਸ ਕਰਕੇ ਇਹ ਥੋੜ੍ਹੇ ਜਿਹੇ ਦਿਨ ਰਹਿੰਦੇ ਹੀ ਹਨ, ਇਹਨਾਂ ਨੂੰ ਸਫਲੇ ਕਰੋ। ਹੁਣ ਗੱਜ ਵੱਜ ਕੇ ਬੋਲੋ। ਰਾਮਕਲੀ ਮਹਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਸੁਣ ਮੇਰੀ ਮਾਏ, ਮੈਂ ਪਾਇਆ
ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ।
ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸਾ ਉਪਦੇਸ਼ ਜਹਵਾਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਦਰੈ ਸੋ ਕਲਮ ਹੈ ਘਟ ਘਟ ਨਾਨਕ ਮਾਂਝਾ। ਖੱਤਰੀ ਬ੍ਰਾਹਮਣ ਸੂਦ ਵੈਸਾ ਉਪਦੇਸ਼ ਜਹਵਾਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਦਰੈ ਸੋ ਕਲਮ ਹੈ ਘਟ ਘਟ ਨਾਨਕ ਮਾਂਝਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਸਕਾਰ ਸਾਸਨ ਦੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਸਨ ਜੀ आपने बाबा अमरदास जी की कथा बाबा जी के संग की है। जिन्होंने प्यारिया ने जिन्हें व्यक्तियों ने अपना कर्मा गुरुदेव के अर्पण कर दिता है उस दुनिया की सारी घटना बख्श दिता है जितना बाबा जी ने समझाया थी। सो आप सारे ही गुरु वाले करो, गुरु धारण करो, गुरु तो बगैर नहीं है। वाणी के बारे में करती है जेड़ा गुरु अपना तन्ना गुरु के अर्पण करता है मन बैठे सतगुरु के पास इस सेव के कारण जेड़ा गुरु अपना मन तन गुरु के अर्पण करता है सारे कार का
ਸੋ ਇਸ ਕਰਕੇ ਨਿਮਰਤਾ ਸਾਹਿਬ ਬੇਨਤੀ ਹੈ ਸਾਰੇ ਹੀ ਅੰਮ੍ਰਿਤ ਛਕ ਕੇ ਤਿਆਰ ਹੋ ਆਪਣਾ ਕਰਨਾ ਪੂਰ ਦੇ ਕੇ ਰੱਖ ਦਿਓ ਤਾਂ ਕਿ ਗੁਰੂ ਮਹਾਰਾਜ ਸਾਰੇ ਹੀ ਪ੍ਰਧਾਨ ਰੱਖਦੇ ਹਨ ਸਿੱਖ ਬਣੋ ਗੁਰੂ ਵਾਲੇ ਬਣੋ ਅੰਮ੍ਰਿਤ ਛਕ ਕੇ ਤਿਆਰ ਹੋ ਆਉਣ ਵਾਲੇ ਸਮੇਂ ਨੂੰ ਭਵਿੱਖ ਨੂੰ ਸੋਚੋ ਕਿ ਅੰਮ੍ਰਿਤ ਤੋਂ ਬਗੈਰ ਇਨਸਾਨ ਦਾ ਕੋਈ ਵੀ ਕਿਤੇ ਵੀ ਆਧਾਰ ਨਹੀਂ ਹੈ तो अमृत छको अमृत छक के गुरु वाले बन के वाहिगुरू को भी प्रसाद करो तो कल